गुड मॉर्निंग स्टूडेंट्स, हाउ आर यू? आई होप यू आर वेरी वेल एट होम। बेटा, आज हम करेंगे साहित्यिक रंग पाठ पुस्तक में से पाठ नंबर 3, दुध ते पुत। इसके राइटर हैं बचिंत कौर। दुध ते पुत जो कहानी है वो जो अजकल के समय ਵਿੱਚ ਬਜ਼ੁਰਗਾਂ ਨੂੰ जो अजकल की पीढ़ी है वो एक बोझ के तौर पर ਲੈਂਦੀ है। किस तरह इस कहानी ਵਿੱਚ एक बारू ਨਾਂ ਦਾ जो ਬਜ਼ੁਰਗ है ਉਸਨੂੰ ਉਸਦੇ जो बच्चे ਹਨ 3-3 ਮਹੀਨੇ किस तरह ਆਪਣੇ ਕੋਲ ਰੱਖਦੇ ਹਨ। इस कहानी ਵਿੱਚ ਸਾਨੂੰ ਬਜ਼ੁਰਗਾਂ ਦੇ ਹਾਲਾਤਾਂ ਬਾਰੇ पता लगेगा। सबसे पहले हम करेंगे कि लेखिका बारे जानकारी। बचिंत कौर ने पंजाबी ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਬੜਮੁੱਲਾ ਯੋਗਦਾਨ ਪਾਇਆ ਹੈ। ਆਪ ਦਾ ਜਨਮ 8 ਫਰਵਰੀ 1940 ਈਸਵੀ ਵਿੱਚ ਪਿੰਡ ਪੜੋ ਨਾਭਾ ਪੰਜਾਬ ਵਿੱਚ ਹੋਇਆ ਹੈ। आपने MPhil तक उच्च विद्या हासिल की। आपने कहानी जगत के खेत्र में भी काफ़ी प्रसिद्धि प्राप्त की। 1 दर्जन तो वधेरे पुस्तकां माँ बोली पंजाबी की झोली पाईयां हन। मंजल सूहा रंग, स्याह रंग, भुब्बल दी अग। आप दी पुस्तक क्यारी लौंगा दी नूं 1982-83 ਵਿੱਚ पंजाबी अकादमी दिल्ली वालों सर्वोत्तम पुस्तक सन्मान प्राप्त होया। बचिंत कौर ने कहानी खेतर तो इलावा नावल, स्वै जीवनी, सफ़रनामा, बाल पुस्तकां भी लिखियां। उन्हां दियां प्रसिद्ध कहानियां हिंदी, अंग्रेजी ਅਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਕਹਾਣੀ ਵਿਚਲੇ ਵਿਸ਼ਿਆਂ ਨੂੰ ਖੂਬਸੂਰਤੀ ਨਾਲ ਪੇਸ਼ ਕਰਨਾ ਅਤੇ ਦਿਲਚਸਪ ਵਾਰਤਾਲਾਪ ਪਾਠਕਾਂ ਨੂੰ ਕਹਾਣੀਆਂ ਨਾਲ ਜੋੜੀ ਰੱਖਦਾ ਹੈ। पढ़ते हैं कहानी का सार। भूमिका। दुध ते पुत कहानी पंजाबी साहित्य की प्रसिद्ध कहानीकार बचिंत कौर द्वारा लिखी हुई है। इस कहानी ਵਿੱਚ ਉਸਨੇ ਅਜੋਕੀ ਪੀੜ੍ਹੀ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਕਦੇ ਵੀ ਆਪਣੇ ਉੱਪਰ ਬੋਝ ਨਹੀਂ ਸਮਝਣਾ ਚਾਹੀਦਾ। ਅਜੋਕੇ ਦੌਰ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪਤਨ ਹੁੰਦਿਆਂ ਦੇਖ ਕੇ ਕਹਾਣੀਕਾਰ ਨੇ ਨਸੀਹਤ ਦਿੱਤੀ ਹੈ ਕਿ ਮਾਪਿਆਂ ਦੀ ਬੇਕਦਰੀ ਕਰਨੀ ਨਹੀਂ ਚਾਹੀਦੀ। ਬਾਰੂ ਬਾਬੇ ਦੀ ਬੇਕਦਰੀ। ਮਈ ਮਹੀਨੇ ਦੀ 5 ਤਰੀਕ ਹੋ ਜਾਣ ਦੇ ਬਾਵਜੂਦ ਵੀ ਬਾਬੇ ਬਾਰੂ ਨੂੰ ਬਾਹਰਲੇ ਘਰੋਂ ਕੋਈ ਵੀ ਲੈਣ ਨਹੀਂ ਆਇਆ ਸੀ। ਭਾਵੇਂ ਉਸਦੇ ਪੁੱਤਰ ਕਰਤਾਰ ਸਿੰਘ ਦੀ ਘਰਵਾਲੀ ਬਾਰੂ ਨਾਲ ਔਖੀ ਹੋ ਕੇ ਬੋਲਦੀ ਅਤੇ ਬੱਚੇ ਵੀ ਬਾਬੇ ਦੀ ਕਿਸੇ ਵੀ ਗੱਲ ਦਾ ਵੱਲ ਧਿਆਨ ਨਹੀਂ ਦਿੰਦੇ ਸੀ, ਪਰ ਫਿਰ ਵੀ ਉਸਦਾ ਦਿਲ ਬਾਹਰਲੇ ਘਰ ਜਾਣ ਨੂੰ ਹੀ ਕਰਦਾ ਸੀ। ਉਸਨੇ ਆਪਣੇ ਪੁੱਤਰ ਕਰਤਾਰੇ ਨੂੰ ਵੀ ਇਸ ਬਾਰੇ ਜ਼ਿਕਰ ਕੀਤਾ ਸੀ ਕਿ ਉਸਦਾ ਬਾਹਰਲੇ ਘਰ ਦਿਲ ਨਹੀਂ ਲੱਗਦਾ। ਬਾਬੇ ਬਾਰੂ ਦਾ ਪ੍ਰੀਤੂ ਦੇ ਘਰ ਜਾਣਾ। ਆਪਣੀ ਮਾਂ ਦੀ ਅੰਤਮ ਕਿਰਿਆ ਵੇਲੇ 5 ਭਰਾਵਾਂ ਨੇ ਇਹ ਫੈਸਲਾ ਕੀਤਾ ਸੀ ਕਿ ਉਹ ਆਪਣੇ ਬਾਪੂ ਨੂੰ 3-3 ਮਹੀਨੇ ਆਪਣੇ ਕੋਲ ਰੱਖ ਕੇ ਰੋਟੀ ਖਵਾਇਆ ਕਰਨਗੇ। ਬਾਰੀ ਦੇ ਮੁਤਾਬਿਕ ਪਹਿਲੀ ਤਾਰੀਖ ਤੋਂ ਹੀ ਉਸਦੇ ਦਿਨ ਪੂਰੇ ਹੋ ਚੁੱਕੇ ਸਨ ਅਤੇ ਉਸਨੂੰ ਰੱਖਣ ਦੀ ਵਾਰੀ ਪ੍ਰੀਤੂ ਦੀ ਸੀ। ਮਜਬੂਰੀ ਵਸ ਬਾਬੇ ਬਾਰੂ ਨੂੰ ਪ੍ਰੀਤੂ ਦੇ ਬਾਹਰਲੇ ਘਰ ਜਾਣਾ ਪਿਆ। ਪ੍ਰੀਤੂ ਦੀ ਵਹੁਟੀ ਬੰਤ ਬਾਬੇ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡਦੀ। ਹਫ਼ਤੇ ਵਿੱਚ 2 ਵਾਰੀ ਕੱਪੜੇ ਵੀ ਧੋ ਦਿੰਦੀ ਅਤੇ ਸਮੇਂ ਸਿਰ ਚਾਹ ਪਾਣੀ ਵੀ ਦੇ ਦਿੰਦੀ। ਉਸਨੇ ਆਪਣੇ ਬੱਚਿਆਂ ਨੂੰ ਵੀ ਬਾਬੇ ਦੀ ਸੇਵਾ ਕਰਨ ਲਈ ਕਿਹਾ ਹੋਇਆ ਸੀ। ਉਸਦਾ ਕਹਿਣਾ ਸੀ ਕਿ ਜੇਕਰ ਉਹ ਵੱਡਿਆਂ ਦੀ ਆਤਮਾ ਨੂੰ ਖੁਸ਼ ਰੱਖਣਗੇ ਤਾਂ ਰੱਬ ਵੀ ਖੁਸ਼ ਰਹੇਗਾ। ਪ੍ਰੀਤੂ ਵੱਲੋਂ ਸ਼ਰਾਬ ਪੀ ਕੇ ਝਗੜਾ ਕਰਨਾ। ਪ੍ਰੀਤੂ ਸ਼ਰਾਬੀ ਸੀ। ਸ਼ਰਾਬ ਪੀ ਕੇ ਉਹ ਜਦੋਂ ਵੀ ਘਰ ਆਉਂਦਾ ਤਾਂ ਆਪਣੀ ਘਰਵਾਲੀ ਬੰਤ ਨੂੰ ਅਵਾ-ਤਵਾ ਬੋਲਣਾ ਸ਼ੁਰੂ ਕਰ ਦਿੰਦਾ, ਬੱਚਿਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ। ਜੇਕਰ ਕਦੀ ਬਾਰੂ ਨੇ ਉਸਨੂੰ ਸਮਝਾਉਣ ਦਾ ਯਤਨ ਕਰਨਾ ਤਾਂ ਉਹ ਬਾਬੇ ਬਾਰੂ ਦੇ ਦੁਆਲੇ ਹੋ ਜਾਂਦਾ। ਉਹ ਉਸਦੀ ਮੰਜੀ ਨੂੰ ਠੇਡਾ ਮਾਰ ਕੇ ਕਹਿੰਦਾ, ਬਾਪੂ ਅਜੇ ਕਿੰਨਾ ਚਿਰ ਹੋਰ ਇਹ ਮੰਜੀ ਪੂਜਣੀ ਮੈਂ। ਇਹ ਸੁਣ ਕੇ ਬਾਰੂ ਦਾ ਸਾਰਾ ਸਰੀਰ ਕੰਬ ਉੱਠਦਾ ਤੇ ਸਾਰੀ ਦੁਨੀਆ ਉਸਨੂੰ ਹਨੇਰ ਜਾਪਦੀ। ਸ਼ਰਾਬੀ ਪੁੱਤ ਦੀਆਂ ਟਕੋਰਾਂ ਸੁਣ ਕੇ ਉਹ ਚੁੱਪ ਕਰ ਜਾਂਦਾ। ਤਲੋਕੇ ਵੱਲੋਂ ਆਪਣੇ ਬਾਪੂ ਦਾ ਪੂਰਾ ਧਿਆਨ। 3 ਮਹੀਨਿਆਂ ਬਾਅਦ ਬਾਪੂ ਤਲੋਕੇ ਦੇ ਘਰ ਗਿਆ। ਤਲੋਕਾ ਆਪਣੇ ਬਾਪੂ ਦਾ ਪੂਰਾ ਖਿਆਲ ਰੱਖਦਾ। ਜਦੋਂ ਤਲੋਕਾ ਘਰ ਹੁੰਦਾ ਤਾਂ ਤਲੋਕੇ ਦੀ ਘਰਵਾਲੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ। ਸਭ ਤੋਂ ਪਹਿਲਾਂ ਉਸਨੂੰ ਚਾਹ ਪਾਣੀ ਦਿੰਦੀ ਅਤੇ ਉਸਦੇ ਕੱਪੜੇ ਵੀ ਰੋਜ਼ਾਨਾ ਧੋਂਦੀ। ਤਲੋਕਾ ਵੀ ਆਪਣੇ ਬਾਪੂ ਦਾ ਪੂਰਾ ਧਿਆਨ ਰੱਖਦਾ। ਤਲੋਕੇ ਦੀ ਪਤਨੀ ਵੱਲੋਂ ਚੁਭਵੀਆਂ ਗੱਲਾਂ। ਤਲੋਕਾ ਬਾਬੇ ਦੀ ਸੇਵਾ ਕਰਾਉਣ ਦੀ ਉੱਪਰ ਪੂਰੀ ਨਜ਼ਰ ਰੱਖਦਾ ਸੀ। ਉਸਦੀ ਪਤਨੀ ਭਾਵੇਂ ਵੇਲੇ ਸਿਰ ਬਾਰੂ ਬਾਬੇ ਦਾ ਹਰ ਕੰਮ ਕਰਦੀ ਸੀ, ਪਰ ਨਿਕਲਦੀ ਵੜਦੀ ਕੋਈ ਨਾ ਕੋਈ ਚੁਭਵੀਂ ਗੱਲ ਜ਼ਰੂਰ ਕਰ ਦਿੰਦੀ ਸੀ।
ਪਿੰਡ ਵਿੱਚ ਸਭ ਤੋਂ ਥੋੜ੍ਹੀ ਜ਼ਮੀਨ ਹਿੱਸੇ ਆਉਣ ਕਰਕੇ ਉਹ ਤਾਨੇ ਮਾਰਦੀ। ਬਾਰੂ ਨੂੰਹ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਕਦੇ-ਕਦੇ ਸੋਚਦਾ ਕਿ ਉਹ ਘਰ ਛੱਡ ਕੇ ਕਿਤੇ ਦੂਰ ਚਲਿਆ ਜਾਵੇ। ਉਹ ਨਾ ਕੁਝ ਤਲੋਕੇ ਨੂੰ ਦੱਸਦਾ ਤੇ ਨਾ ਹੀ ਕੁਝ ਆਪਣੀ ਨੂੰਹ ਨੂੰ ਕਹਿੰਦਾ, ਬਸ ਚੁੱਪ-ਚਾਪ ਕਰਕੇ ਸਭ ਕੁਝ ਸਹਿਣ ਕਰੀ ਜਾਂਦਾ ਸੀ। ਬਾਰੂ ਵੱਲੋਂ ਤਲੋਕੇ ਬਾਰੇ ਸੋਚਣਾ। ਨੂੰਹ ਦੀਆਂ ਟਕੋਰ ਭਰੀਆਂ ਗੱਲਾਂ ਸੁਣ ਕੇ ਕਦੇ-ਕਦੇ ਬਾਰੂ ਸੋਚਦਾ ਹੈ ਕਿ ਉਸਦੀ ਨੂੰਹ ਸ਼ਾਇਦ ਠੀਕ ਹੀ ਕਹਿੰਦੀ ਹੈ। ਤਲੋਕੇ ਦੀ ਤਨਖਾਹ 150 ਰੁਪਇਆ ਅਤੇ ਉਸ ਵਿੱਚ ਬੱਚੇ ਵੀ ਪਾਲਣੇ ਸਨ। ਕਦੇ ਉਹ ਸੋਚਦਾ ਕਿ ਅੱਧੀ ਜ਼ਮੀਨ ਉਹ ਤਲੋਕੇ ਦੇ ਨਾਂ ਲਗਵਾ ਦੇਵੇ, ਕਿਉਂਕਿ ਬਾਕੀ ਦੇ ਤਾਂ ਸਾਰੇ ਪੁੱਤ ਆਪੋ ਆਪਣੀ ਘਰੀਂ ਚੰਗੇ ਖਾਂਦੇ ਪੀਂਦੇ ਹਨ। ਪਰ ਉਹ ਇਹ ਸੋਚ ਕੇ ਚੁੱਪ ਕਰ ਜਾਂਦਾ, ਜੇਕਰ ਉਸਨੇ ਅਜਿਹਾ ਕੀਤਾ ਤਾਂ ਬਾਕੀ ਦੇ ਪੁੱਤ ਪੂਰੇ ਹਿੱਸੇ ਲਈ ਮਾਰਨ ਲਈ ਤਿਆਰ ਹੋ ਜਾਣਗੇ। ਅੱਗੇ ਹੈ ਦਿਆਲੇ ਵੱਲੋਂ ਪਿੰਡ ਦੀ ਜ਼ਮੀਨ ਉੱਪਰ ਵਾਹੀ। ਬਾਰੂ ਦਾ ਪੁੱਤਰ ਦਿਆਲਾ ਪਿੰਡ ਦੀ ਆਪਣੀ ਸਾਰੀ ਜ਼ਮੀਨ ਵਾਹੁੰਦਾ ਅਤੇ ਬੀਜਦਾ। ਉਸਦੇ ਘਰ ਵਿੱਚ ਸਭ ਕੁਝ ਸੀ, ਪਰ ਉਸਦੀ ਨੀਅਤ ਖੋਟੀ ਸੀ। ਉਹ ਪਟਵਾਰੀ ਦੇ ਨਾਲ ਮਿਲ ਕੇ ਪਿੰਡ ਦੀ ਸਾਰੀ ਜ਼ਮੀਨ ਉੱਪਰ ਕਬਜ਼ਾ ਕਰਨ ਨੂੰ ਫਿਰਦਾ ਸੀ। ਇਸ ਕਰਕੇ ਉਹ ਪਿੰਡ ਦੇ ਬਾਬੇ ਬਾਰੂ ਨੂੰ ਬੁਲਾ ਕੇ ਰਾਜੀ ਨਹੀਂ ਸੀ। ਆਪਣੇ ਵੱਡੇ ਪਰਿਵਾਰ ਵਿੱਚ ਵੀ ਦੁਖੀ। ਕਈ ਵਾਰੀ ਸੋਚ ਕੇ ਬਾਰੂ ਦੁਖੀ ਹੋ ਜਾਂਦਾ। ਕਦੀ ਉਹ ਵੀ ਸਮਾਂ ਸੀ ਜਦੋਂ ਪਿੰਡ ਦੇ ਸਾਰੇ ਲੋਕ ਉਸਨੂੰ ਵੱਡੇ ਪਰਿਵਾਰ ਵਾਲਾ ਕਹਿ ਕੇ ਬੁਲਾਉਂਦੇ ਸਨ। ਆਪਣੇ ਪੋਤੇ ਪੋਤੀਆਂ ਵਿੱਚ ਬੈਠਿਆ ਹੋਇਆ ਉਹ ਕਈ ਵਾਰ ਇਹ ਵੀ ਭੁੱਲ ਜਾਂਦਾ ਸੀ ਕਿ ਕਿਹੜਾ ਪੁੱਤਰ ਕਿਸਦਾ ਹੈ। ਘਰਵਾਲੀ ਦੇ ਜਿਉਂਦੇ ਜੀ ਉਸਨੂੰ ਕਿਸੇ ਦਾ ਵੀ ਕੋਈ ਫਿਕਰ ਨਹੀਂ ਸੀ। ਬਾਹਰਲੇ ਪੁੱਤਰ ਨਾਲ ਹਮਦਰਦੀ। ਬਾਬੇ ਬਾਰੂ ਨੂੰ ਆਪਣੇ ਕੋਲ ਰਹਿੰਦੇ 4 ਪੁੱਤਰਾਂ ਨਾਲ ਇਸ ਗੱਲ ਦਾ ਇਤਰਾਜ਼ ਸੀ ਕਿ ਉਹ ਉਸਨੂੰ ਇੱਕ ਦੂਸਰੇ ਵੱਲ ਧੱਕਣ ਲਈ ਜੱਦੋ-ਜਹਿਦ ਵਿੱਚ ਰਹਿੰਦੇ ਸਨ। ਉਹ ਆਪਣੀ ਪਤਨੀ ਨੂੰ ਵੀ ਯਾਦ ਕਰਦਿਆਂ ਦੁਖੀ ਹੁੰਦਾ ਸੀ। ਉਸਦੀ ਘਰਵਾਲੀ ਉਸਨੂੰ ਕਹਿੰਦੀ ਸੀ ਕਿ ਜਿੰਨੇ ਪੁੱਤਰ ਬਹੁਤੇ ਹੋਣਗੇ ਓਨਾ ਹੀ ਬਹੁਤਾ ਸੁੱਖ ਬੁਢਾਪੇ ਵਿੱਚ ਮਿਲੇਗਾ। ਪਰ ਅੱਜ ਉਸਨੂੰ ਰੁੱਖੀ ਸੁੱਕੀ ਰੋਟੀ ਦੇਣੀ ਵੀ ਸਾਰੇ ਪੁੱਤਰਾਂ ਨੂੰ ਭਾਰੀ ਲੱਗਦੀ ਸੀ। ਬਾਰੂ ਬਾਬੇ ਦਾ 5ਵਾਂ ਪੁੱਤਰ ਜੋ ਬਾਹਰ ਨੌਕਰੀ ਕਰਦਾ ਸੀ, ਉਹ ਵਿਆਹਿਆ ਨਹੀਂ ਸੀ। ਉਸਦੇ ਨਾਲ ਬਾਰੂ ਕੋਈ ਗਿਲਾ ਨਹੀਂ ਕਰਦਾ। ਬਾਰੂ ਵੱਲੋਂ ਆਪਣੇ ਛੋਟੇ ਭਰਾ ਨਾਲ ਸਾਂਝ। ਸਾਲ ਦੇ ਅਖੀਰ ਵਿੱਚ ਬਾਰੂ ਦੀ ਮੁੜ ਫਿਰ ਤੋਂ ਕਰਤਾਰੇ ਦੇ ਘਰ ਜਾਣ ਦੀ ਵਾਰੀ ਆ ਗਈ ਸੀ। ਬਾਰੂ ਅੰਦਰੋਂ ਅੰਦਰੀ ਬਹੁਤ ਖੁਸ਼ ਸੀ, ਕਿਉਂਕਿ ਕਰਤਾਰੇ ਦੇ ਘਰ ਕੋਲ ਹੀ ਉਸਦੇ ਛੋਟਾ ਭਰਾ ਆਪਣੇ ਇਕਲੌਤੇ ਪੁੱਤਰ ਕੋਲ ਬਹੁਤ ਖੁਸ਼ੀ ਨਾਲ ਰਹਿ ਰਿਹਾ ਸੀ। ਬਾਰੂ ਆਪਣੇ ਛੋਟੇ ਭਰਾ ਨਾਲ ਬੈਠ ਕੇ ਕਿੰਨਾ ਚਿਰ ਆਪਣਾ ਦੁੱਖ ਸੁੱਖ ਫਰੋਲਦਾ ਰਹਿੰਦਾ। ਬਾਰੂ ਮਹਿਸੂਸ ਕਰਦਾ ਕਿ ਉਸਦੇ ਛੋਟੇ ਭਰਾ ਨੂੰ ਤਾਂ ਬਟਵਾਰੇ ਦੀ ਕੋਈ ਫਿਕਰ ਸਤਾਉਂਦੀ ਹੋਵੇਗੀ ਅਤੇ ਨਾ ਹੀ ਕੋਈ ਨੂੰਹ ਪੁੱਤ ਵੱਲੋਂ ਸੇਵਾ ਵਿੱਚ ਕੋਈ ਕਮੀ ਹੋਵੇਗੀ। ਇਸ ਦੇ ਬਾਰੇ ਇੱਕ ਵਿਸ਼ੇਸ਼ ਟਿੱਪਣੀ ਹੈ ਕਿ ਬਚਿੰਤ ਕੌਰ ਦਾ ਨਾਂ ਪੰਜਾਬੀ ਖੇਤਰ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਹੈ। ਦੁੱਧ ਦੇ ਪੁੱਤ ਉਹਨਾਂ ਦੀ ਵਧੇਰੇ ਚਰਚਿਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਕਹਾਣੀ ਵਿੱਚ ਲੇਖਕਾਂ ਨੇ ਬਜ਼ੁਰਗ ਪਾਤਰ ਬਾਰੂ ਬਾਬੇ ਦੀ ਦੁੱਖ ਭਰੀ ਕਹਾਣੀ ਨੂੰ ਬਿਆਨ ਕੀਤਾ ਹੈ। ਬਾਰੂ ਬਾਬੇ ਦੇ 5 ਪੁੱਤਰ ਸਨ: ਕਰਤਾਰਾ, ਪ੍ਰੀਤੂ, ਤਲੋਕਾ, ਦਿਆਲਾ ਤੇ ਬਾਹਰਲੇ ਦੇਸ਼ ਰਹਿਣ ਵਾਲਾ ਇੱਕ ਹੋਰ ਪੁੱਤਰ। ਬਾਰੂ ਦੀ ਘਰਵਾਲੀ ਮਰ ਚੁੱਕੀ ਸੀ। ਉਸਦੀ ਪਤਨੀ ਦੇ ਮਰਨ ਤੋਂ ਬਾਅਦ ਉਸਦੇ ਪੁੱਤਰਾਂ ਨੇ ਮਾਂ ਦੇ ਭੋਗ ਤੋਂ ਬਾਅਦ ਇਕੱਠਿਆਂ ਮਿਲ ਕੇ ਤੈਅ ਕੀਤਾ ਸੀ ਕਿ ਉਹ 3-3 ਮਹੀਨੇ ਬਾਪੂ ਨੂੰ ਆਪੋ ਆਪਣੇ ਘਰ ਵਿੱਚ ਰੱਖ ਕੇ ਉਸਦੀ ਦੇਖਭਾਲ ਕਰਨਗੇ। ਬਜ਼ੁਰਗ ਪਾਤਰ ਦਾ ਮਨ ਆਪਣੇ ਘਰ ਦੇ ਇੱਕੋ ਪੁੱਤਰ ਕਰਤਾਰੇ ਕੋਲ ਰਹਿਣ ਨੂੰ ਕਰਦਾ ਸੀ। ਉਸਦੀ ਸਿਰਫ ਇੱਕ ਨੂੰਹ ਉਸਦੀ ਸੇਵਾ ਕਰਦੀ ਸੀ। ਬਾਕੀ ਦੀਆਂ ਨੂੰਹਾਂ ਬਾਰੂ ਨੂੰ ਗੱਲ-ਗੱਲ ਉੱਤੇ ਤਾਨੇ ਮਿਹਣੇ ਕੱਸਦੀਆਂ ਹੋਈਆਂ ਰਤਾ ਢਿੱਲ ਨਹੀਂ ਕਰਦੀਆਂ। ਦੂਸਰੇ ਪਾਸੇ ਬਾਰੂ ਦਾ ਭਰਾ ਬੜੇ ਹੀ ਸੁੱਖ ਆਰਾਮ ਨਾਲ ਰਹਿੰਦਾ ਸੀ। ਉਸਦਾ ਇੱਕੋ ਇੱਕ ਪੁੱਤਰ ਸੀ ਜੋ ਬਹੁਤ ਹੀ ਆਗਿਆਕਾਰ ਸੀ। ਬਜ਼ੁਰਗ ਬਾਰੂ ਆਪਣੀ 80 ਸਾਲਾਂ ਦੀ ਉਮਰ ਨੂੰ ਕੋਸਦਾ ਹੈ ਕਿ ਸਮਾਂ ਬਹੁਤ ਬਦਲ ਗਿਆ ਹੈ। ਘਰਵਾਲੀ ਦੇ ਮਰਨ ਤੋਂ ਬਾਅਦ ਉਸਦੀ ਕਿੰਨੀ ਬੇਕਦਰੀ ਹੋ ਰਹੀ ਹੈ। ਉਸਨੂੰ ਆਪਣੀ ਘਰਵਾਲੀ ਦੀ ਯਾਦ ਆਉਂਦੀ ਹੈ ਤੇ ਜੋ ਆਪਣੇ ਪੁੱਤਰਾਂ ਉੱਪਰ ਉਹ ਬਹੁਤ ਮਾਣ ਕਰਦੀ ਸੀ। ਕਹਾਣੀਕਾਰ ਬਚਿੰਤ ਕੌਰ ਆਪਣੀ ਇਸ ਕਹਾਣੀ ਰਾਹੀਂ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਵੱਡੇ ਪਰਿਵਾਰਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਕਦੇ ਬੋਝ ਨਹੀਂ ਸਮਝਦੇ। ਉਹੀ ਬੱਚੇ ਆਪਣੇ ਬਾਪ ਨੂੰ ਬੋਝ ਸਮਝਦੇ ਹਨ ਅਤੇ ਰੋਟੀ ਦੀ ਖਾਤਰ ਬਾਪ ਦੀ ਵੰਡ ਕਰ ਲੈਂਦੇ ਹਨ। ਪਿਤਾ ਨੂੰ ਥਾਂ-ਥਾਂ ਧੱਕੇ ਖਾਣ ਲਈ ਮਜਬੂਰ ਕਰ ਦਿੰਦੇ ਹਨ। ਇਸ ਕਰਕੇ ਕਹਾਣੀ ਦੇ ਅੰਤ ਵਿੱਚ ਬਾਬਾ ਬਾਰੂ ਸੋਚਦਾ ਹੈ ਕਿ ਦੁੱਧ ਅਤੇ ਪੁੱਤ ਫਿੱਟਣ ਲੱਗਿਆਂ ਦੇਰ ਨਹੀਂ ਲੱਗਦੀ। ਕਹਾਣੀਕਾਰ ਅਜਿਹੀ ਔਲਾਦ ਉੱਪਰ ਤਿੱਖਾ ਵਿਅੰਗ ਕਰਦਾ ਹੈ ਜੋ ਆਪਣੇ ਮਾਪਿਆਂ ਨੂੰ ਬੋਝ ਸਮਝਦੇ ਹਨ ਅਤੇ ਉਹਨਾਂ ਨੂੰ ਵਡੇਰੀ ਉਮਰ ਵਿੱਚ ਰੁਲਣ ਲਈ ਮਜਬੂਰ ਕਰ ਦਿੰਦੇ ਹਨ। ਅੱਗੇ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਬਾਬੇ ਬਾਰੂ ਪ੍ਰਤੀ ਉਸ ਦੇ ਪ੍ਰੀਤੂ ਪੁੱਤਰ ਦਾ ਕਿਹੋ ਜਿਹਾ ਵਿਹਾਰ ਸੀ?
ਪ੍ਰੀਤੂ ਦਾ ਆਪਣੇ ਪਿਤਾ ਦੇ ਪ੍ਰਤੀ ਵਿਹਾਰ ਵਧੀਆ ਨਹੀਂ ਸੀ। ਉਹ ਜਦੋਂ ਦਾਰੂ ਪੀ ਕੇ ਘਰ ਆਉਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਆਪਣੀ ਘਰਵਾਲੀ ਅਤੇ ਬੱਚਿਆਂ ਨਾਲ ਝਗੜਾ ਕਰਦਾ ਰਹਿੰਦਾ। ਜੋ ਕੋਈ ਵੀ ਉਸ ਦੀ ਗੱਲ ਨੂੰ ਨਾ ਉਲਟਾਉਂਦਾ, ਉਹ ਜਾ ਕੇ ਬਾਬੇ ਬਾਰੂ ਦੇ ਦੁਆਲੇ ਹੋ ਜਾਂਦਾ ਅਤੇ ਮੰਜੀ ਨੂੰ ਠੇਡਾ ਮਾਰ ਕੇ ਉਸ ਨੂੰ ਜਾਣ ਲਈ ਕਹਿੰਦਾ। ਅੱਗੇ ਇਸ ਕਹਾਣੀ ਦਾ ਸਿਰਲੇਖ ਤੋਂ ਕੀ ਭਾਵ ਹੈ? ਦੁੱਧ ਅਤੇ ਪੁੱਤ। ਕਹਾਣੀ ਦੇ ਸਿਰਲੇਖ ਤੋਂ ਭਾਵ ਹੈ ਕਿ ਦੁੱਧ ਅਤੇ ਪੁੱਤ ਜੇਕਰ ਠੀਕ ਰਹਿਣ ਤਾਂ ਬਹੁਤ ਵਧੀਆ, ਪਰ ਜੇਕਰ ਫਿੱਟਣ ਲੱਗਿਆਂ ਭਾਵ ਕਿ ਖਰਾਬ ਹੋਣ ਲੱਗਿਆਂ ਪਤਾ ਵੀ ਨਹੀਂ ਲੱਗਦਾ। ਵਿਦਿਆ ਬਾਰੂ ਨਾਲ ਔਖੀ ਹੋ ਕੇ ਕਿਉਂ ਬੋਲਦੀ ਸੀ? ਵਿਦਿਆ ਕਰਤਾਰ ਸਿੰਘ ਦੀ ਪਤਨੀ ਹੈ। ਮਈ ਮਹੀਨੇ ਦੀ 5 ਤਰੀਕ ਵੀ ਬੀਤ ਚੁੱਕੀ ਹੈ, ਪਰ ਬਾਹਰਲੇ ਘਰੋਂ ਬਾਰੂ ਨੂੰ ਕੋਈ ਲੈਣ ਨਹੀਂ ਸੀ ਆਇਆ ਅਤੇ ਨਾ ਹੀ ਉਹ ਆਪ ਬਾਹਰਲੇ ਘਰ ਜਾਣ ਦੀ ਤਿਆਰ ਸੀ। ਇਸੇ ਲਈ ਵਿਦਿਆ ਬਾਰੂ ਨਾਲ ਔਖੀ ਹੋ ਕੇ ਬੋਲਦੀ ਸੀ। 3 ਮਹੀਨੇ ਬਾਰੂ ਨੂੰ ਆਪਣੇ ਕੋਲ ਰੱਖ ਕੇ ਸੇਵਾ ਕਰਨ ਤੋਂ ਬਾਅਦ ਹੁਣ ਉਸਨੇ ਦੂਸਰੇ ਪੁੱਤਰ ਦੇ ਘਰ ਸੇਵਾ ਕਰਾਉਣ ਲਈ ਜਾਣਾ ਸੀ। ਬਾਰੂ ਕਰਤਾਰ ਸਿੰਘ ਦੇ ਘਰ ਕਿਉਂ ਰਹਿਣਾ ਚਾਹੁੰਦਾ ਸੀ? ਬਾਰੂ ਦਾ ਕਰਤਾਰ ਸਿੰਘ ਦੇ ਘਰ ਜੀ ਲੱਗਦਾ ਸੀ, ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਹੀ ਉਸਦੇ ਛੋਟੇ ਭਰਾ ਦਾ ਆਪਣੇ ਇਕਲੌਤੇ ਪੁੱਤਰ ਕੋਲ ਰਹਿੰਦਾ ਸੀ, ਜਿਸ ਨੂੰ ਕਦੇ ਵੀ ਕੋਈ ਤਕਲੀਫ ਨਹੀਂ ਸੀ ਹੋਈ। ਉਸ ਨੂੰ ਕਦੇ ਬਟਵਾਰੇ ਦਾ ਫਿਕਰ ਨਹੀਂ ਸੀ ਸਤਾਉਂਦਾ। ਬਾਰੂ ਆਪਣੇ ਛੋਟੇ ਭਰਾ ਕੋਲ ਬੈਠ ਕੇ ਕਿੰਨਾ ਚਿਰ ਆਪਣਾ ਦੁੱਖ ਸੁੱਖ ਫੋਲਦਾ ਰਹਿੰਦਾ ਸੀ। ਪ੍ਰੀਤੂ ਦੇ ਘਰ ਜਾਣ ਲਈ ਬਾਰੂ ਦੀ ਰੂਹ ਕਿਉਂ ਨਹੀਂ ਸੀ ਮੰਨਦੀ? ਪ੍ਰੀਤੂ ਦੀ ਵਹੁਟੀ ਬਾਰੂ ਬਾਬੇ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਸੀ ਛੱਡਦੀ। ਉਸਦੇ ਬੱਚੇ ਵੀ ਆਪਣੇ ਬਾਬੇ ਦੀ ਖੂਬ ਸੇਵਾ ਕਰਦੇ ਸਨ, ਪਰ ਪ੍ਰੀਤੂ ਸ਼ਰਾਬੀ ਸੀ। ਜਦੋਂ ਉਹ ਸ਼ਾਮ ਨੂੰ ਘਰ ਆਉਂਦਾ ਤਾਂ ਸਾਰੇ ਟੱਬਰ ਨਾਲ ਹੀ ਕਲੇਸ਼ ਪਾਉਂਦਾ। ਇਸ ਕਰਕੇ ਪ੍ਰੀਤੂ ਦੇ ਘਰ ਜਾਣ ਲਈ ਬਾਰੂ ਬਾਬੇ ਦੀ ਰੂਹ ਨਹੀਂ ਸੀ ਮੰਨਦੀ। ਤਲੋਕੇ ਦੇ ਘਰ ਬਾਰੂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ? ਤਲੋਕੇ ਦੇ ਘਰ ਬਾਰੂ ਨਾਲ ਵਧੀਆ ਸਲੂਕ ਕੀਤਾ ਜਾਂਦਾ ਸੀ। ਤਲੋਕਾ ਆਪਣੇ ਬਾਪੂ ਦਾ ਪੂਰਾ ਖਿਆਲ ਰੱਖਦਾ ਸੀ। ਉਹ ਆਪਣੇ ਪਿਓ ਨੂੰ ਬੁਢਾਪੇ ਵਿੱਚ ਇਸ ਤਰ੍ਹਾਂ ਨਾਲ ਰੁਲਦਾ ਨਹੀਂ ਸੀ ਦੇਖ ਸਕਦਾ। ਤਲੋਕੇ ਦੇ ਘਰ ਵਾਲੀ ਦੀ ਬਾਰੂ ਬਾਬੇ ਦਾ ਪੂਰਾ ਖਿਆਲ ਰੱਖਦੀ ਸੀ, ਪਰ ਉਸ ਨੂੰ ਲੱਗਦਾ ਸੀ ਕਿ ਜਿਵੇਂ ਗੁੱਗੇ ਦੀ ਪੂਜਾ ਹੋ ਰਹੀ ਹੈ, ਜੋ ਉਸ ਦੇ ਡੰਗ ਦੇ ਡਰ ਤੋਂ ਹੁੰਦੀ ਹੈ। ਤਲੋਕੇ ਦੇ ਘਰ ਵਾਲੀ ਆਉਂਦੀ ਜਾਂਦੀ ਬਾਰੂ ਨੂੰ ਕੋਈ ਨਾ ਕੋਈ ਚੁਭਵੀਂ ਗੱਲ ਕਰ ਜਾਂਦੀ ਜਾਂ ਸੁਣਾ ਦਿੰਦੀ। ਤਲੋਕੇ ਦੀ ਘਰ ਵਾਲੀ ਬਾਰੂ ਬਾਬੇ ਨੂੰ ਕਿਹੜੀਆਂ ਚੁਭਵੀਆਂ ਗੱਲਾਂ ਸੁਣਾ ਜਾਂਦੀ ਸੀ। ਤਲੋਕੇ ਦੀ ਘਰ ਵਾਲੀ ਭਾਵੇਂ ਬਾਰੂ ਬਾਬੇ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਛੱਡਦੀ, ਪਰ ਜਦੋਂ ਵੀ ਉਸ ਨੂੰ ਸਮਾਂ ਮਿਲਦਾ ਉਹ ਬਾਰੂ ਨੂੰ ਕੋਈ ਨਾ ਕੋਈ ਚੁਭਵੀਂ ਗੱਲ ਜ਼ਰੂਰ ਸੁਣਾ ਜਾਂਦੀ। ਉਹ ਬਾਰੂ ਨੂੰ ਕਹਿੰਦੀ ਕਿ ਬਾਪੂ, ਤੂੰ ਭਲਾ ਸਾਰੀ ਉਮਰ ਵਿੱਚ ਕੀ ਕੀਤਾ ਹੈ ਆਪਣੇ ਪੁੱਤਰਾਂ ਲਈ? ਪਿੰਡ ਵਿੱਚ ਸਭ ਤੋਂ ਥੋੜ੍ਹੀ ਜ਼ਮੀਨ ਹੈ ਸਾਡੇ ਕੋਲ। ਤੇਰੀ ਕੋਈ ਸੇਵਾ ਕਰੇ ਤਾਂ ਭਲਾ ਕਿਵੇਂ ਕਰੇ? ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਬਾਰੂ ਕੀ ਸੋਚਦਾ? ਕਈ ਵਾਰ ਆਪਣੀਆਂ ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਬਾਰੂ ਅੰਦਰੋਂ ਅੰਦਰੀ ਰੋ ਉੱਠਦਾ। ਉਸਦਾ ਕਈ ਵਾਰੀ ਜੀਅ ਕਰਦਾ ਕਿ ਉਹ ਆਪਣੇ 5 ਪੁੱਤਰਾਂ ਨੂੰ ਛੱਡ ਕੇ ਕਿਤੇ ਦੂਰ ਚਲਿਆ ਜਾਵੇ। ਉਹ ਨਾ ਤਾਂ ਆਪਣੀਆਂ ਨੂੰਹਾਂ ਨੂੰ ਕੁਝ ਕਹਿੰਦਾ ਅਤੇ ਨਾ ਹੀ ਆਪਣੇ ਪੁੱਤਰਾਂ ਨੂੰ। ਉਹ ਨਹੀਂ ਸੀ ਚਾਹੁੰਦਾ ਕਿ ਉਸ ਕਰਕੇ ਉਹਨਾਂ ਦੇ ਘਰ ਕੋਈ ਕਲੇਸ਼ ਖੜਾ ਹੋ ਜਾਵੇ। ਦਿਆਲਾ ਬਾਰੂ ਬਾਬੇ ਨੂੰ ਪਿੰਡ ਵਿੱਚ ਬੁਲਾ ਕੇ ਖੁਸ਼ ਕਿਉਂ ਨਹੀਂ ਸੀ? ਦਿਆਲਾ ਸਾਰੀ ਜ਼ਮੀਨ ਦੀ ਵਾਹੀ ਕਰਦਾ ਸੀ। ਉਸ ਦੇ ਘਰ ਸਭ ਕੁਝ ਸੀ, ਪਰ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਭੈੜੀ ਨੀਅਤ ਨਾਲ ਉਹ ਪਟਵਾਰੀ ਨਾਲ ਮਿਲ ਕੇ ਅੰਦਰੋਂ ਅੰਦਰੀ ਸਾਰੀ ਜ਼ਮੀਨ ਉੱਪਰ ਕਬਜ਼ਾ ਕਰਨ ਨੂੰ ਫਿਰਦਾ ਸੀ। ਇਸ ਕਰਕੇ ਬਾਰੂ ਬਾਬੇ ਨੂੰ ਪਿੰਡ ਬੁਲਾ ਕੇ ਖੁਸ਼ ਨਹੀਂ ਸੀ, ਕਿਉਂਕਿ ਜੇਕਰ ਬਾਪੂ ਨੂੰ ਉਸ ਦੀਆਂ ਇਹਨਾਂ ਕਰਤੂਤਾਂ ਦਾ ਪਤਾ ਲੱਗ ਗਿਆ ਤਾਂ ਸਾਰਾ ਮਾਮਲਾ ਵਿਗੜ ਸਕਦਾ ਸੀ। ਦਿਆਲਾ ਆਪਣੇ ਮਾਂ-ਬਾਪ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦਾ ਸੀ? ਦਿਆਲਾ ਆਪਣੇ ਮਾਂ-ਬਾਪ ਨਾਲ ਕੋਈ ਵਧੀਆ ਸਲੂਕ ਨਹੀਂ ਕਰਦਾ ਸੀ। ਜਦੋਂ ਬਾਰੂ ਦੀ ਘਰਵਾਲੀ ਜਿਉਂਦੀ ਸੀ ਤਾਂ ਉਹ ਪਿੰਡ ਹੀ ਰਹਿੰਦੇ ਸਨ। ਦਿਆਲੇ ਨੇ ਆਪਣੀ ਮਾਂ ਦੀ ਮੰਜੀ ਪਸ਼ੂਆਂ ਦੇ ਚਾਰੇ ਵਾਲੇ ਕਮਰੇ ਵਿੱਚ ਅੰਦਰ ਡਾਹੀ ਹੁੰਦੀ ਸੀ, ਪਰ ਜਦੋਂ ਬਾਰੂ ਦੀ ਘਰਵਾਲੀ ਮਰ ਗਈ ਤਾਂ ਮੰਜੀ ਦਾ ਵੀ ਕੋਈ ਠਿਕਾਣਾ ਨਾ ਰਿਹਾ। ਆਪਣੇ ਛੋਟੇ ਭਰਾ ਵੱਲੋਂ ਬਾਰੂ ਬਾਬਾ ਕਿਉਂ ਖੁਸ਼ ਸੀ? ਕਰਤਾਰੇ ਦੇ ਘਰ ਕੋਲ ਹੀ ਬਾਰੂ ਬਾਬੇ ਦਾ ਛੋਟਾ ਭਰਾ ਆਪਣੇ ਇਕਲੌਤੇ ਪੁੱਤਰ ਕੋਲ ਰਹਿੰਦਾ ਸੀ, ਜਿਸ ਨੂੰ ਕਿਸੇ ਵੀ ਬਟਵਾਰੇ ਦੀ ਲੋੜ ਨਹੀਂ ਸਤਾਉਂਦੀ ਸੀ। ਬਾਰੂ ਦਾ ਭਰਾ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਅਤੇ ਸੁਖੀ ਸੀ। ਉਸਦਾ ਪੁੱਤਰ ਆਪਣੇ ਮਾਪਿਆਂ ਦਾ ਆਗਿਆਕਾਰ ਪੁੱਤਰ ਸੀ। ਅੱਗੇ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ। ਪ੍ਰਸ਼ਨ ਨੰਬਰ 5 है, डिप्टी कमिश्नर ਨੂੰ ਇੱਕ ਪੱਤਰ ਲਿਖ ਕੇ ਬਜ਼ੁਰਗਾਂ ਦੀ ਸੁਰੱਖਿਆ ਵਧਾਉਣ ਲਈ ਬੇਨਤੀ ਕਰੋ। इसमें देखो आप, सेवा विखे डिपाहब जलंधर शहर। विषय पहले लिखना है बजुर्गों की सुरक्षा ਵਧਾਉਣ ਲਈ बेनती पत्र। आगे है, श्रीमान जी, मैं ਆਪਣੇ ਇਸ ਪੱਤਰ ਰਾਹੀਂ ਆਪ ਜੀ ਨੂੰ ਬਜ਼ੁਰਗਾਂ ਦੀ ਸੁਰੱਖਿਆ ਵਧਾਉਣ ਲਈ ਬੇਨਤੀ ਕਰਨੀ ਚਾਹੁੰਦਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ
ਮੇਰੇ ਹੇਠ ਲਿਖੇ ਵਿਚਾਰਾਂ ਨੂੰ ਪੜ੍ਹ ਕੇ ਤੁਸੀਂ ਇਸ ਗੰਭੀਰ ਸਮੱਸਿਆ ਉੱਪਰ ਜ਼ਰੂਰ ਵਿਚਾਰ ਕਰੋਗੇ। ਤੁਸੀਂ ਅਕਸਰ ਅਖਬਾਰਾਂ ਵਿੱਚ ਪੜ੍ਹਦੇ ਹੋਵੋਗੇ ਕਿ ਲੁਟੇਰਿਆਂ ਜਾਂ ਮੋਟਰਸਾਈਕਲ ਸਵਾਰਾਂ ਨੇ ਕਿਸੇ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ। ਕਿਸੇ ਬਜ਼ੁਰਗ ਔਰਤ ਨੂੰ ਕੋਈ ਨਸ਼ੀਲੀ ਦਵਾਈ ਸੁੰਘਾ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਬੰਗਾਂ ਲਾ ਲੈ ਗਏ ਜਾਂ ਘਰ ਦਾ ਸਮਾਨ ਚੋਰੀ ਕਰ ਲੈ ਕੇ ਗਏ ਹਨ। ਅਸੀਂ ਕਈ ਵਾਰ ਇਹ ਦੇਖਦੇ ਹਾਂ ਕਿ ਕਈ ਬਜ਼ੁਰਗ ਸ਼ਾਮ ਨੂੰ ਸਾਰਵਜਨਿਕ ਥਾਵਾਂ 'ਤੇ ਪਾਰਕਾਂ ਵਿੱਚ ਸੈਰ ਕਰਨ ਲਈ ਜਾਂਦੇ ਹਨ। ਉੱਥੇ ਉਹ ਕਈ ਵਾਰ ਆਰਾਮ ਕਰ ਰਹੇ ਹੁੰਦੇ ਹਨ। ਉਹਨਾਂ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ। ਉਸ ਵਕਤ ਉਹਨਾਂ ਕੋਲ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੁੰਦਾ। ਕਈ ਬਜ਼ੁਰਗ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਕਈ ਵਾਰ ਆਪਣੇ ਹੀ ਘਰਾਂ ਵਿੱਚ ਸੁਰੱਖਿਆ ਨਹੀਂ ਮਿਲਦੀ। ਉਹਨਾਂ ਦੀ ਔਲਾਦ ਹੀ ਉਹਨਾਂ ਨੂੰ ਆਪਣੀ ਜ਼ਮੀਨ ਜਾਇਦਾਦ ਆਪਣੇ ਨਾਂ ਉੱਤੇ ਕਰਨ ਲਈ ਮਜਬੂਰ ਕਰਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਹੈ। ਉਹ ਵਿਚਾਰੇ ਆਪਣਾ ਦੁੱਖ ਦਰਦ ਜਾਂ ਫਰਿਆਦ ਲੈ ਕੇ ਕਿਸ ਕੋਲ ਜਾਣ। ਆਪ ਜੀ ਅੱਗੇ ਬੇਨਤੀ ਹੈ ਕਿ ਬਜ਼ੁਰਗ ਹਮਦਰਦੀ ਦਾ ਰਵੱਈਆ ਅਪਣਾਉਂਦਿਆਂ ਹੋਇਆਂ ਆਪਣੇ ਹੱਥਾਂ ਵਿੱਚ ਲਵੋ। ਬਜ਼ੁਰਗਾਂ ਨਾਲ ਬਦਸਲੂਕੀ ਕਰਨ ਵਾਲੇ ਲੁਟੇਰਿਆਂ ਨੂੰ ਕਦੀ ਵੀ ਬਖਸ਼ਿਆ ਨਾ ਜਾਵੇ। ਜੇਕਰ ਤੁਸੀਂ ਅਜਿਹਾ ਕਦਮ ਚੁੱਕੋਗੇ ਤਾਂ ਮੈਂ ਆਪ ਜੀ ਨੂੰ ਪੂਰੇ ਯਕੀਨ ਨਾਲ ਭਰੋਸਾ ਦਿਵਾ ਸਕਦਾ ਹਾਂ ਕਿ ਇਹਨਾਂ ਵਾਰਦਾਤਾਂ 'ਤੇ ਕਾਫੀ ਠੱਲ ਪਾਈ ਪਵੇਗੀ। ਧੰਨਵਾਦ। ਸ਼ਾਇਦ ਆਪ ਦਾ ਵਿਸ਼ਵਾਸ ਪਾਤਰ। ਆਪਣਾ ਨਾਮ। ਠੀਕ ਹੈ। ਅੱਗੇ ਹੈ, ਮਾਂ ਦੇ ਵਾਰੇ ਵਾਲੇ ਦਿਨ 5 ਭਰਾਵਾਂ ਵਿੱਚ ਕੀ ਫੈਸਲਾ ਹੋਇਆ ਸੀ। ਜਦੋਂ ਬਾਰੂ ਦੀ ਘਰਵਾਲੀ ਪੂਰੀ ਹੋਈ ਤਾਂ ਵਾਰੇ ਵਾਲੇ ਦਿਨ 5 ਭਰਾਵਾਂ ਨੇ ਇਕੱਠਿਆਂ ਬੈਠ ਕੇ ਫੈਸਲਾ ਕੀਤਾ ਕਿ ਉਹ 5 ਭਰਾ ਬਾਰੂ ਬਾਬੇ ਨੂੰ 3-3 ਮਹੀਨੇ ਆਪਣੇ ਕੋਲ ਰੱਖ ਕੇ ਉਸ ਨੂੰ ਰੋਟੀ ਖਵਾਉਣਗੇ ਅਤੇ ਉਸਦੀ ਸੇਵਾ ਕਰਨਗੇ। ਬਾਰੂ ਆਪਣੇ ਪੁੱਤਰਾਂ ਕੋਲ 3-3 ਮਹੀਨੇ ਰਹਿੰਦਾ ਅਤੇ 3 ਮਹੀਨੇ ਪੂਰੇ ਹੋ ਜਾਣ ਤੋਂ ਬਾਅਦ ਫਿਰ ਅਗਲੇ ਪੁੱਤਰ ਦੇ ਘਰ ਰੋਟੀ ਲਈ ਧੱਕੇ ਖਾਣ ਚਲਾਇਆ ਜਾਂਦਾ। ਭਾਵੇਂ ਬਾਰੂ ਬਾਬੇ ਦੇ ਪੁੱਤਰ ਅਤੇ ਨੂੰਹਾਂ ਦੀ ਸੇਵਾ ਕਰਦੀਆਂ ਸਨ, ਪਰ ਉਹਨਾਂ ਦੀਆਂ ਸੇਵਾਵਾਂ ਪਿੱਛੇ ਕਿਤੇ ਨਾ ਕਿਤੇ ਕੋਈ ਲਾਲਚ ਜਾਂ ਡਰ ਛੁਪਿਆ ਹੋਇਆ ਜ਼ਰੂਰ ਪ੍ਰਤੀਤ ਹੁੰਦਾ ਹੈ। ਬਾਬੇ ਬਾਰੂ ਦੀ ਸੇਵਾ ਕਰਨ ਦੇ ਬਾਵਜੂਦ ਵੀ ਬੰਤ ਦੀ ਆਪਣੀ ਆਤਮਾ ਨੂੰ ਸ਼ਾਂਤੀ ਕਿਉਂ ਨਹੀਂ ਸੀ ਮਿਲਦੀ ਸੀ। ਪ੍ਰੀਤੂ ਦੀ ਵਹੁਟੀ ਬੰਤ ਆਪਣੇ ਸਹੁਰੇ ਬਾਰੂ ਦੀ ਸੇਵਾ ਕਰਦੀ ਸੀ। ਉਹ ਹਫ਼ਤੇ ਵਿੱਚ 2 ਵਾਰ ਬਾਰੂ ਦੇ ਕੱਪੜੇ ਧੋਂਦੀ ਸੀ, ਸਮੇਂ ਸਿਰ ਚਾਹ ਪਾਣੀ ਬਣਾ ਕੇ ਬਾਬੇ ਨੂੰ ਦਿੰਦੀ ਸੀ। ਉਹ ਆਪਣੇ ਬੱਚਿਆਂ ਨੂੰ ਵੀ ਆਪਣੇ ਬਾਬੇ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਸੀ। ਉਸ ਨੇ ਆਪਣੇ ਬੱਚਿਆਂ ਨੂੰ ਵੀ ਇਹ ਸਮਝਾ ਰੱਖਿਆ ਸੀ ਕਿ ਜਿੰਨੀ ਆਪਣੇ ਬਾਬੇ ਦੀ ਸੇਵਾ ਕਰਨਗੇ, ਉਹ ਸੇਵਾ ਦਾ ਫਲ ਉਹਨਾਂ ਨੂੰ ਵਧੇਰੇ ਮਿਲੇਗਾ। ਜੇਕਰ ਵੱਡਿਆਂ ਨੂੰ ਖੁਸ਼ ਰੱਖਿਆ ਜਾਵੇ ਤਾਂ ਰੱਬ ਵੀ ਖੁਸ਼ ਰਹਿੰਦਾ ਹੈ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਬੰਤ ਨਹੀਂ ਸੀ ਮਿਲਦੀ। ਉਸਦਾ ਪਤੀ ਸ਼ਰਾਬੀ ਸੀ। ਉਹ ਸ਼ਰਾਬ ਪੀ ਕੇ ਜਦੋਂ ਘਰ ਆਉਂਦਾ ਤਾਂ ਆਉਂਦਿਆਂ ਸਾਰ ਹੀ ਅਵਾ-ਤਵਾ ਬੋਲਣਾ ਸ਼ੁਰੂ ਕਰ ਦਿੰਦਾ। ਉਹ ਕਿਸੇ ਨਾ ਕਿਸੇ ਬਹਾਨੇ ਬੰਤ ਦੇ ਲੜਾਈ ਝਗੜਾ ਕਰਦਾ, ਕਦੀ ਬੱਚਿਆਂ ਨੂੰ ਉੱਚੀ ਗਾਲਾਂ ਕੱਢਦਾ। ਕਈ ਵਾਰ ਉਹ ਬਾਰੂ ਬਾਬੇ ਦੇ ਦੁਆਲੇ ਵੀ ਹੋ ਜਾਂਦਾ। ਉਹ ਉਸਦੀ ਮੰਜੀ ਨੂੰ ਠੇਡਾ ਮਾਰ ਕੇ ਕਹਿੰਦਾ, ਬਾਪੂ ਅਜੇ ਕਿੰਨਾ ਕੁ ਚਿਰ ਹੋਰ ਮੰਜੀ ਬੂਝਣੀ ਹੈ ਮੈਂ। ਘਰ ਵਿੱਚ ਨਿੱਤ ਦਿਨ ਕਲੇਸ਼ ਤੇ ਬੰਤ ਬਹੁਤ ਤੰਗ ਸੀ। ਬਾਰੂ ਬਾਬੇ ਦੀ ਸੇਵਾ ਕਰਦੀ ਇੰਨੀ ਪਰੇਸ਼ਾਨ ਨਹੀਂ ਸੀ ਜਿੰਨੀ ਕਿ ਪ੍ਰੀਤੂ ਦੇ ਹਰ ਰੋਜ਼ ਦਾਰੂ ਤੇ ਕਲੇਸ਼ ਤੋਂ ਦੁਖੀ ਸੀ। ਅੱਗੇ ਬੇਟਾ ਇਹ ਜੋ ਹੈ ਤਲੋਕੇ ਦੇ ਘਰ ਰਹਿ ਕੇ ਬਾਰੂ ਬਾਬੇ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ। ਨੰਬਰ 9 ਹੈ, ਪਿੰਡ ਦੇ ਲੋਕ ਬਾਰੂ ਬਾਬੇ ਨੂੰ ਕੀ ਕਹਿ ਕੇ ਬੁਲਾਉਂਦੇ ਸਨ ਅਤੇ ਅਜਿਹਾ ਕਿਉਂ ਕਹਿੰਦੇ ਸਨ। ਕਈ ਵਾਰ ਦੁਖੀ ਹੋਇਆ ਬਾਰੂ ਬਾਬਾ ਆਪਣੀ स्वर्गवासी पत्नी ਨੂੰ ਕੀ ਕਹਿੰਦਾ ਸੀ। ये 3 क्वेश्चन आपने खुद करने हैं। आगे हम करते हैं व्याकरण। सबसे पहले है एड़ा भाग देखो, वचन बदलो। कपड़ा कपड़े, बच्चा बच्चे, तारा तारे, गल गल्लां, मंजी मंजियां, तनख्वाह तनख्वाहां, बिस्तरा बिस्तरे, तंद तंदां, जमीन जमीनां, चोणवी चोणवियां। हेठ लिखे बहुअर्थक शब्द ਦੇ ਵਾਕ ਬਣਾਓ। ਬਹੁਅਰਥਕ ਸ਼ਬਦ ਹੈ, ਪਹਿਲੇ ਹੈ ਉੱਤਰ, ਇਸਦਾ ਹੈ ਜਵਾਬ, ਮੇਰੇ ਪ੍ਰਸ਼ਨ ਦਾ ਉੱਤਰ ਕਿਸੇ ਕੋਲ ਨਹੀਂ ਹੈ। ਲਹਿਣਾ, ਬਚਿੱਤਰ ਸਿੰਘ ਪੌੜੀਆਂ ਉੱਤਰ ਰਿਹਾ ਸੀ, ਸੂਰਜ ਉੱਤਰ ਦਿਸ਼ਾ ਵੱਲ ਚਲਾ ਗਿਆ। ਸਰੀਰਕ ਜੋੜ ਦਾ ਟੁੱਟਣਾ, ਖੇਡਦਿਆਂ ਹੋਇਆ ਅਚਾਨਕ ਡਿੱਗਣ ਕਾਰਨ ਮੇਰੇ ਦੋਸਤ ਦਾ ਗੁੱਟ ਉੱਤਰ ਗਿਆ। ਦਰ, ਦਰਵਾਜ਼ਾ, ਭਿਖਾਰੀ ਦਰ 'ਤੇ ਖਲੋਤਾ ਹੈ, ਭੀਖ ਮੰਗ ਰਿਹਾ ਹੈ। ਦਰਬਾਰ, ਇਸ ਫਕੀਰ ਦੇ ਦਰ ਉੱਤੇ ਕਦੀ ਕੋਈ ਖਾਲੀ ਨਹੀਂ ਗਿਆ। ਵਿਆਜ ਦੀ ਦਰ ਘਟਦੀ ਵੱਧਦੀ ਰਹਿੰਦੀ ਹੈ। ਫਲ, ਨਤੀਜਾ, ਮਨਦੀਪ ਨੂੰ ਉਸਦੀ ਮਿਹਨਤ ਦਾ ਫਲ ਮਿਲ ਗਿਆ। ਖਾਣ ਵਾਲਾ, ਅੰਬ ਇੱਕ ਬਹੁਤ ਵਧੀਆ ਫਲ ਹੈ। ਰਾਸ ਆਉਣਾ, ਕਰਮਜੀਤ ਨੂੰ ਪਿੰਡੋਂ ਸ਼ਹਿਰ ਆਉਣਾ ਫਲ ਗਿਆ ਹੈ। ਵੱਡੀ, ਰਿਸ਼ਵਤ, ਪਟਵਾਰੀ ਨੇ ਵੱਡੀ ਦੇ ਕੇ ਬਾਰੂ ਦੇ ਪੁੱਤਰ ਦੀ ਸਾਰੀ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਕਟਾਈ ਕਰ
ਕਿਸਾਨ ਨੇ ਕਣਕ ਦੀ ਫਸਲ ਅਜੇ ਅੱਧੀ ਹੀ ਵੱਡੀ ਸੀ, ਦੰਦ ਮਾਰਨੇ। ਕੁੱਤੇ ਨੇ ਨਿੱਕੇ ਜਿਹੇ ਬੱਚੇ ਦੇ ਲੱਤ ਉੱਪਰ ਦੰਦੀ ਵੱਢੀ। ਵੰਡ ਬਟਵਾਰਾ। 1947 ਦੀ ਵੰਡ ਵੇਲੇ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ। ਐੜਾ ਹੈ ਵੰਡਣਾ। ਇਹ ਰਕਮ ਗਰੀਬਾਂ ਵਿੱਚ ਵੰਡ ਦਿਓ। ਪਸ਼ੂਆਂ ਲਈ ਖੁਰਾਕ। ਜੱਟੀ ਪਸ਼ੂਆਂ ਲਈ ਵੰਡ ਤਿਆਰ ਕਰ ਰਹੀ ਹੈ। ਸੱਸਾ ਹੈ। ਹੇਠ ਲਿਖੇ ਵਾਕਾਂ ਵਿੱਚ ਲਕੀਰੇ ਸ਼ਬਦਾਂ ਦੇ ਕਿਰਿਆ ਵਿਸ਼ੇਸ਼ਣ ਦੀ ਕਿਸਮਾਂ ਦੱਸੋ। ਨੰਬਰ 1 ਹੈ, ਉਸਦੀ ਇਹ ਗੱਲ 16 ਆਨੇ ਠੀਕ ਹੈ। 16 ਆਨੇ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਤਲੋਕਾ ਅੰਦਰ ਹੀ ਬੈਠਾ ਸੀ। ਅੰਦਰ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਉਸ ਦਾ ਪੰਜਵਾਂ ਪੁੱਤਰ ਨੌਕਰੀ ਲਈ ਦੂਰ ਗਿਆ ਹੋਇਆ ਸੀ। ਦੂਰ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਗੱਲਾਂ ਕਰਦਾ ਕਰਦਾ ਉਹ ਅਚਨਚੇਤ ਰੋ ਪਿਆ। ਅਚਨਚੇਤ ਪ੍ਰਕਾਰਵਾਚਕ। ਅੱਗੇ ਹੈ ਹਾਹਾ। ਹੇਠ ਲਿਖੇ ਵਾਕਾਂ ਵਿੱਚ ਕਿਰਿਆ ਦੀ ਚੋਣ। ਨੂੰਹ ਨੇ ਬਾਬੇ ਨੂੰ ਤਾਨੇ ਮਿਹਣੇ ਦਿੱਤੇ। ਇਸ ਵਿੱਚ ਕਿਰਿਆ ਕਿਹੜੀ ਹੈ? ਦਿੱਤੇ। ਪੁੱਤਰ ਨੇ ਪਿਤਾ ਨੂੰ ਪਾਣੀ ਪਿਆਇਆ ਕਿਰਿਆ ਹੈ। ਅੱਗੇ ਹੈ ਬਾਬਾ ਤੂੰ ਸਾਰੀ ਉਮਰ ਸਾਡੇ ਲਈ ਕੁਝ ਨਹੀਂ ਬਣਾਇਆ। ਇਸ ਵਿੱਚ ਬਣਾਇਆ ਕਿਰਿਆ। ਅੱਗੇ ਹੈ ਪਤਨੀ ਦੇ ਮਰਨ ਮਗਰੋਂ ਬਾਬੇ ਦੀ ਦੇਖਭਾਲ ਹੋਣੀ ਚਾਹੀਦੀ ਸੀ ਕਿਰਿਆ ਹੈ। ਬਾਬੇ ਨੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ ਵੀ ਕਿਰਿਆ ਹੈ। ਅੱਗੇ ਹੇਠ ਲਿਖੇ ਵਾਕਾਂ ਨੂੰ ਵਰਤਮਾਨ ਕਾਲ ਵਿੱਚ ਵਰਤੋ। ਵਰਤਮਾਨ ਬੇਟਾ ਜੋ ਚੱਲ ਰਿਹਾ ਹੈ। ਵਿਦਿਆ ਹੁਣ ਉਸ ਨਾਲ ਖਾਸੀ ਔਖੀ ਹੋ ਕੇ ਬੋਲਦੀ ਸੀ ਜੋ ਬੀਤ ਗਿਆ ਹੈ। ਚੱਲ ਰਿਹਾ ਹੈ ਕਿਆ ਆਏਗਾ? ਹੈ ਪਿੱਛੇ। ਵਿਦਿਆ ਹੁਣ ਉਸ ਨਾਲ ਖਾਸੀ ਔਖੀ ਹੋ ਕੇ ਬੋਲਦੀ ਹੈ। ਕਰਤਾਰੇ ਨੇ ਬਾਪੂ ਨੂੰ ਪ੍ਰੀਤੂ ਦੇ ਘਰ ਜਾਣ ਲਈ ਕਹਿ ਦਿੱਤਾ ਸੀ। ਇਸ ਵਿੱਚ ਸੀ ਨਹੀਂ ਆਏਗਾ। ਕਰਤਾਰੇ ਨੇ ਬਾਪੂ ਨੂੰ ਪ੍ਰੀਤੂ ਦੇ ਘਰ ਜਾਣ ਲਈ ਕਹਿ ਦਿੱਤਾ ਹੈ। ਠੀਕ ਹੈ। ਵਰਤਮਾਨ ਵਿੱਚ ਹੈ ਆ ਸਕਦਾ ਐਸੇ ਹੀ ਆਏਗਾ। ਠੀਕ ਹੈ। ਬਾਬੇ ਦੀ ਗੱਲ 16 ਆਨੇ ਠੀਕ ਸੀ ਨਹੀਂ ਆਏਗਾ ਕਿਆ ਆਏਗਾ? ਬਾਬੇ ਦੀ ਗੱਲ 16 ਆਨੇ ਠੀਕ ਹੈ। ਤਲੋਕਾ ਬਾਪੂ ਦੇ ਬੁਢੇਪੇ ਨੂੰ ਰੁਲਦਾ ਨਹੀਂ ਦੇਖ ਸਕਦਾ ਸੀ। ਤਾਂ ਕਿਆ ਆਏਗਾ? ਤਲੋਕਾ ਬਾਪੂ ਦੇ ਬੁਢਾਪੇ ਨੂੰ ਰੁਲਦਾ ਨਹੀਂ ਦੇਖ ਸਕਦਾ। ਦਿਆਲੇ ਦੇ ਘਰ ਵਿੱਚ ਰੱਬ ਦਾ ਦਿੱਤਾ ਸਭ ਕੁਝ ਸੀ। ਦਿਆਲੇ ਦੇ घर ਵਿੱਚ ਰੱਬ ਦਾ ਦਿੱਤਾ सब कुछ है। ठीक है। इसके साथ ही बेटा ये आपका चैप्टर दूध ते पुत कंप्लीट है और आपने इसके क्वेश्चन आंसर ध्यान से पढ़ने हैं और इनको याद करना है। ओके, टेक केयर।